ਹੈਲੋ ਮਾਈ ਡੀਅਰ ਸਟੂਡੈਂਟਸ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ, ਆਦਾਬ। ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ। ਅਤੇ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਦਾ ਲਰਨਿੰਗ ਫੈਕਟਰੀ 'ਤੇ। ਸੋ ਸਟੂਡੈਂਟਸ, ਅੱਜ ਦੀ ਕਲਾਸ ਰਹਿਣ ਵਾਲੀ ਇੰਗਲਿਸ਼ ਪੈਡਾਗੋਜੀ ਦੀ ਤੀਜੀ ਕਲਾਸ। ਇਸ ਤੋਂ ਪਹਿਲਾਂ ਦੋ ਕਲਾਸਾਂ ਆਪਾਂ ਇਸੇ ਚੈਨਲ ਦੇ ਉੱਪਰ ਅਪਲੋਡ ਕਰ ਚੁੱਕੇ ਹਾਂ ਜੀ। ਸੋ ਲਾਸਟ ਦੋ ਕਲਾਸਾਂ ਦੇ ਵਿੱਚ ਆਪਾਂ ਜੋ ਪੜ੍ਹਿਆ, ਆਪਾਂ ਪੈਡਾਗੋਜੀਕਲ ਟਰਮਸ ਦੇ ਬਾਰੇ ਡਿਸਕਸ਼ਨ ਕੀਤੀ ਸੀ ਲਾਸਟ ਦੋ ਕਲਾਸਾਂ ਦੇ ਵਿੱਚ। ਅੱਜ ਦੀ ਕਲਾਸ ਦੇ ਵਿੱਚ ਦੋ ਲਾਸਟ ਜਿਹੜੀਆਂ ਪੈਡਾਗੋਜੀਕਲ ਟਰਮਸ ਆ ਉਹਨਾਂ ਬਾਰੇ ਆਪਾਂ ਈਚ ਐਂਡ ਐਵਰੀਥਿੰਗ ਡਿਸਕਸ ਕਰਾਂਗੇ। ਔਰ ਨਾਲ ਹੀ ਪਿਛਲੀਆਂ ਦੋ ਕਲਾਸਾਂ ਦੇ ਵਿੱਚ ਜਿਹੜੀਆਂ ਟਰਮਸ ਆਪਾਂ ਡਿਸਕਸ ਕੀਤੀਆਂ ਸੀ ਉਹੀ ਟਰਮਸ ਦੇ MCQ ਲੈ ਕੇ ਆਏ ਹਾਂ ਜੀ, ਤਾਂ ਜੋ ਜਿਹੜੀਆਂ ਕਲਾਸਾਂ ਆਪਾਂ ਦੋ ਲਾਈਆਂ ਉਹ ਕਲਾਸਾਂ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਖਾਨੇ ਦੇ ਵਿੱਚ ਪੂਰੀ ਤਰ੍ਹਾਂ ਚਲੀਆਂ ਜਾਣ ਅਤੇ ਪੇਪਰ ਦੇ ਵਿੱਚ ਤੁਸੀਂ ਕੋਈ ਵੀ ਕੁਐਸਚਨ ਆ ਜਿਹੜਾ ਉਹ ਗਲਤ ਨਾ ਕਰ ਸਕੋ। ਜਿੰਨਾ ਆਪਾਂ ਪਿੱਛੇ ਕੀਤਾ ਉਹਦੇ ਸਾਰੇ MCQ ਲੈ ਕੇ ਆਏ ਹਾਂ। ਸੋ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਅੱਜ ਦੀ ਕਲਾਸ। ਅੱਜ ਦੀ ਕਲਾਸ ਦੀ ਆਪਣੀ ਪਹਿਲੀ ਟਰਮ ਰਹਿਣ ਵਾਲੀ ਹੈ ਡਿਸਕ੍ਰਿਪਟਿਵ ਗ੍ਰਾਮਰ। ਸੋ ਸਟੂਡੈਂਟਸ, ਆਪਾਂ ਡਿਸਕਸ ਕਰਦੇ ਹਾਂ ਵਾਟ ਇਜ਼ ਆ ਡਿਸਕ੍ਰਿਪਟਿਵ ਗ੍ਰਾਮਰ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਿਸਕ੍ਰਿਪਟਿਵ ਵਰਡ ਆ। ਡਿਸਕ੍ਰਿਪਟਿਵ ਦੋ ਤਰ੍ਹਾਂ ਦੀ ਗ੍ਰਾਮਰ ਹੁੰਦੀ ਆ। ਡਿਸਕ੍ਰਿਪਟਿਵ ਗ੍ਰਾਮਰ ਨੂੰ ਆਪਾਂ ਰਿਲੇਟ ਕਰਦੇ ਹਾਂ ਡਿਸਕ੍ਰਾਈਬ ਨਾਲ। ਡਿਸਕ੍ਰਿਪਟਿਵ ਗ੍ਰਾਮਰ ਨੂੰ ਆਪਾਂ ਰਿਲੇਟ ਕਰਦੇ ਹਾਂ ਡਿਸਕ੍ਰਾਈਬ ਹੁੰਦਾ ਕਿਸੇ ਚੀਜ਼ ਨੂੰ ਡਿਸਕ੍ਰਾਈਬ ਕਰਨਾ, ਔਰ ਦੂਸਰੀ ਹੁੰਦੀ ਆ ਪ੍ਰਿਸਕ੍ਰਿਪਟਿਵ ਗ੍ਰਾਮਰ। ਪ੍ਰਿਸਕ੍ਰਿਪਟਿਵ ਗ੍ਰਾਮਰ ਮਤਲਬ ਪ੍ਰੈਸਕ੍ਰਾਈਬ ਕਰਨਾ, ਪ੍ਰਿਸਕ੍ਰਾਈਬ ਕਰਨ ਦਾ ਮਤਲਬ ਦੱਸੂਗਾ ਮੈਂ ਤੁਹਾਨੂੰ। ਪ੍ਰਸਕ੍ਰਾਈਬ ਮਤਲਬ ਡਾਕਟਰ ਕੋਲ ਚਲੇ ਜਾਂਦੇ ਹੋ, ਤੁਹਾਨੂੰ ਫੋਰ ਐਗਜ਼ਾਮਪਲ ਫੀਵਰ ਹੋ ਗਿਆ ਤਾਂ ਡਾਕਟਰ ਨੇ ਕਹਿਤਾ ਜੀ ਇੱਕ ਡੋਲੋ ਲੈਣੀ ਆ, ਦਿਨ ਦੇ ਵਿੱਚ ਇੱਕ ਵਾਰੀ ਲੈਣੀ ਆ, ਮਤਲਬ 4 ਦਿਨ ਲਗਾਤਾਰ ਡੋਲੋ ਲਓ। ਕੁਛ ਐਂਟੀਬਾਇਓਟਿਕ ਲਿਖਤੇ ਡਾਕਟਰ ਨੇ, ਮਤਲਬ ਇੱਕ ਸਲਿੱਪ ਦੇ ਉੱਪਰ ਤੁਹਾਨੂੰ ਉਹ ਮੈਡੀਸਨ ਲਿਖਤੀ, BD ਲਿਖਤਾ, ਮਤਲਬ ਦਿਨ ਦੇ ਵਿੱਚ 2 ਟਾਈਮ ਲੈਣੀ ਆ ਫੋਰ ਐਗਜ਼ਾਮਪਲ। ਤਾਂ ਤੁਸੀਂ ਡਾਕਟਰ ਨੇ ਕੀ ਕੀਤਾ, ਪਰਚੀ ਦੇ ਉੱਪਰ ਮੈਡੀਸਨ ਪ੍ਰੈਸਕ੍ਰਾਈਬ ਕਰਤੀ, ਤੁਹਾਨੂੰ ਲੈਣੀ ਚਾਹੀਦੀ ਆ। ਡਾਕਟਰ ਨੇ ਸੁਜੈਸਟ ਕੀਤਾ ਆਪਾਂ ਨੂੰ ਕਿ ਯੂ ਸ਼ੁੱਡ ਟੇਕ ਦਿਸ ਮੈਡੀਸਨ, ਕਿ ਤੁਹਾਨੂੰ ਆਹ ਮੈਡੀਸਨ ਲੈਣੀ ਚਾਹੀਦੀ ਹੈ। ਹੁਣ ਉਹ ਮੈਡੀਸਨ ਮੈਂ ਲੈ ਰਿਹਾ ਜਾਂ ਪ੍ਰੋਪਰ ਨਹੀਂ ਲੈ ਰਿਹਾ, ਦੈਟ ਇਜ਼ ਕਾਲਡ ਡਿਸਕ੍ਰਿਪਟਿਵ ਗ੍ਰਾਮਰ। ਉਹਨੂੰ ਕੀ ਬੋਲਦੇ ਹਾਂ ਆਪਾਂ? ਡਿਸਕ੍ਰਿਪਟਿਵ ਗ੍ਰਾਮਰ ਬੋਲਦੇ ਹਾਂ। ਫੋਰ ਐਗਜ਼ਾਮਪਲ ਦੋ ਤਰ੍ਹਾਂ ਦੀ ਗ੍ਰਾਮਰ ਪਹਿਲਾਂ ਆਪਾਂ ਪ੍ਰਿਸਕ੍ਰਿਪਟਿਵ ਗ੍ਰਾਮਰ ਦੇ ਉੱਪਰ ਚੱਲਦੇ ਹਾਂ। ਪ੍ਰਿਸਕ੍ਰਿਪਟਿਵ, ਫਿਰ ਤੁਹਾਨੂੰ ਡਿਸਕ੍ਰਿਪਟਿਵ ਪੂਰੇ ਘੈਂਟ ਤਰੀਕੇ ਨਾਲ ਸਮਝ ਆਊਗੀ। ਹੁਣ ਪ੍ਰਿਸਕ੍ਰਿਪਟਿਵ ਗ੍ਰਾਮਰ ਆਪਾਂ ਕਦੋਂ ਯੂਜ਼ ਕਰਦੇ ਹਾਂ? ਜਦੋਂ ਕੋਈ ਵੀ ਫਾਰਮਲ ਵੇ ਹੋਵੇ ਕਮਿਊਨੀਕੇਸ਼ਨ ਦਾ। ਫਾਰਮਲ ਵੇ ਇਨ ਦਾ ਸੈਂਸ ਤੁਸੀਂ ਗੱਲ ਕਰ ਰਹੇ ਹੋ ਇੰਟਰਵਿਊ ਟਾਈਮ, ਤੁਸੀਂ ਜੋ ਵੀ ਕੰਡਕਟ ਕਰ ਰਹੇ ਨੇ ਇੰਟਰਵਿਊ। ਫੋਰ ਐਗਜ਼ਾਮਪਲ ਤੁਸੀਂ ਇੱਕ ਸਕੂਲ ਆ ਸਕੂਲ ਦੇ ਵਿੱਚ ਚਲੇ ਗਏ, ਇੰਟਰਵਿਊ ਦੇਣ ਚਲੇ ਗਏ। ਫੋਰ ਐਗਜ਼ਾਮਪਲ ਇੱਥੋਂ ਤੁਸੀਂ ਚਲੇ ਗਏ ਕਿਸੇ ਸਕੂਲ ਦੇ ਵਿੱਚ ਇੰਟਰਵਿਊ ਦੇਣ ਚਲੇ ਗਏ, ਤੁਸੀਂ ਟੀਚਰ ਦੀ ਇੰਟਰਵਿਊ ਦੇਣ ਜਾ ਰਹੇ ਹੋ, ਤਾਂ ਤੁਹਾਨੂੰ ਫਾਰਮਲੀ ਵੇ ਆਫ ਸਪੀਕਿੰਗ ਰੱਖਣਾ ਪਊ, ਕਮਿਊਨੀਕੇਸ਼ਨ ਫਾਰਮਲ ਵੇ ਰੱਖਣਾ ਪਊ। ਮਤਲਬ ਜੋ ਵੀ ਗ੍ਰਾਮਰ ਦੇ ਰੂਲ ਸੀਗੇ, ਗ੍ਰਾਮਰ ਦੇ ਇੱਕ ਬੇਸਿਕ ਰੂਲ, ਹਾਊ ਟੂ ਮੇਕ ਸੈਂਟੈਂਸ ਮੈਂ ਦੱਸਦਾ ਕਿ ਸੈਂਟੈਂਸ ਦਾ ਸਟਰਕਚਰ ਕਿਵੇਂ ਬਣਦਾ। ਜਿਵੇਂ ਆਪਾਂ ਸਿੰਟੈਕਸ ਦੇ ਵਿੱਚ ਪੜ੍ਹਿਆ ਸੀ, ਪਹਿਲਾਂ ਕੀ ਆਉਂਦਾ? ਸਬਜੈਕਟ, ਫਿਰ ਵਰਬ ਆਉਂਦੀ ਆ, ਫਿਰ ਆਬਜੈਕਟ ਆਉਂਦਾ। ਤਾਂ ਆਪਾਂ ਐਵੇਂ ਹੀ ਜਦੋਂ ਇੰਟਰਵਿਊ ਦਿੰਦੇ ਹਾਂ ਤਾਂ ਐਵੇਂ ਹੀ ਬੋਲਦੇ ਹਾਂ, ਪਹਿਲਾਂ ਆਪਾਂ ਸਬਜੈਕਟ ਲਾਵਾਂਗੇ, ਫਿਰ ਵਰਬ ਲਾਵਾਂਗੇ, ਫਿਰ ਆਬਜੈਕਟਿਵ ਲਾਵਾਂਗੇ। ਮਤਲਬ ਤੁਸੀਂ ਕੀ ਕਰ ਰਹੇ ਹੋ? ਰੂਲਸ ਨੂੰ ਫੋਲੋ ਕਰ ਰਹੇ ਹੋ। ਇਹ ਹੁੰਦੀ ਆ ਪ੍ਰਿਸਕ੍ਰਿਪਟਿਵ ਗ੍ਰਾਮਰ। ਇਹਦੇ 'ਚ ਰੂਲਸ ਪ੍ਰੋਪਰ ਹੁੰਦੇ ਆ ਅਤੇ ਪ੍ਰੋਪਰ ਫੋਲੋ ਕਰਨੇ ਚਾਹੀਦੇ ਆ। ਇਹ ਆਪਾਂ ਨੂੰ ਲਿਖਿਆ ਹੁੰਦਾ। ਜਿਹੜੀਆਂ ਚੀਜ਼ਾਂ ਆਪਾਂ ਜਿੱਥੇ ਲਿਖਿਆ ਹੁੰਦਾ ਵੀ ਪੂਰੀ ਚੀਜ਼ ਆਪਾਂ ਨੂੰ ਗ੍ਰਾਮਰ ਦੇ ਰੂਲ ਫੋਲੋ ਕਰਨੇ ਚਾਹੀਦੇ ਆ ਅਤੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ, ਉਸ ਨੂੰ ਆਪਾਂ ਬੋਲਦੇ ਹਾਂ ਪ੍ਰਿਸਕ੍ਰਿਪਟਿਵ ਗ੍ਰਾਮਰ। ਔਰ ਦੂਸਰੀ ਸਾਈਡ ਡਿਸਕ੍ਰਿਪਟਿਵ ਗ੍ਰਾਮਰ ਦੇ ਵਿੱਚ ਕੀ ਸੀ? ਡਿਸਕ੍ਰਿਪਟਿਵ ਗ੍ਰਾਮਰ ਇਜ਼ ਅ ਸੈਟ ਆਫ ਰੂਲਸ ਅਬਾਊਟ ਲੈਂਗੁਏਜ ਬੇਸਡ ਔਨ ਹਾਊ ਇਟ ਇਜ਼ ਐਕਚੁਅਲੀ ਯੂਜ਼ਡ। ਹੁਣ ਫੋਰ ਐਗਜ਼ਾਮਪਲ ਆਪਾਂ ਨੂੰ ਗ੍ਰਾਮਰ ਦੇ ਟੈਂਸਾਂ ਨੇ ਦੱਸਤਾ ਵੀ ਪ੍ਰੈਜੈਂਟ ਇੰਡੈਫੀਨਿਟ ਟੈਂਸ ਆ, ਉਹਦੇ 'ਚ ਵਰਬ ਦੀ ਪਹਿਲੀ ਫਾਰਮ ਲੱਗੂਗੀ। ਫੋਰ ਐਗਜ਼ਾਮਪਲ ਆਪਾਂ ਨੂੰ ਪ੍ਰੈਜੈਂਟ ਇੰਡੈਫੀਨਿਟ ਟੈਂਸ ਆ, ਆਪਾਂ ਨੂੰ ਰੂਲਸ ਕਹਿੰਦੇ ਆ ਵੀ ਉਹਦੇ 'ਚ ਵਰਬ ਦੀ ਪਹਿਲੀ ਫਾਰਮ ਲੱਗੂਗੀ। ਹੁਣ ਆਪਾਂ ਲਾ ਰਹੇ ਹਾਂ ਜਾਂ ਨਹੀਂ ਲਾ ਰਹੇ, ਹਾਊ ਇਟ ਇਜ਼ ਐਕਚੁਅਲੀ ਯੂਜ਼ਡ। ਫੋਰ ਐਗਜ਼ਾਮਪਲ ਆਪਾਂ ਨੂੰ ਕਿਸੇ ਨੂੰ ਪੰਜਾਬੀ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਇੰਗਲਿਸ਼ ਦਾ ਉਹ ਬਰੋਲੇ ਬਣਾ ਦਿੰਦਾ। ਬਰੋਲੇ ਦਾ ਮਤਲਬ ਜੋ ਵੀ ਮਰਜ਼ੀ ਬੋਲੇ। ਆਪਾਂ ਨਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਸਾਰੇ ਐਵੇਂ ਦੇ ਨੇ ਜਿਹੜੇ ਜੋਬ ਕਰਦੇ ਨੇ ਜਿਨ੍ਹਾਂ ਨੂੰ ਇੰਗਲਿਸ਼ ਦਾ ਲੱਲਾ ਕੱਖਾ ਨਹੀਂ ਆਉਂਦਾ, ਪਰ ਫੋਰਸ ਕਰਦੇ ਨੇ ਇੰਗਲਿਸ਼ ਸਕੂਲਾਂ ਵਾਲੇ ਕਿ ਤੁਸੀਂ ਇੰਗਲਿਸ਼ ਬੋਲੋ ਜੇ ਇੰਗਲਿਸ਼ ਸਕੂਲਾਂ ਦੇ ਵਿੱਚ ਰਹਿਣਾ।
ਤਾਂ ਪ੍ਰਿੰਸੀਪਲ ਨੂੰ ਬੋਲ ਦਿੰਦੇ, ਕੁਝ ਵੀ ਸੈਂਟੈਂਸ ਬੋਲਦੇ ਬਸ ਪ੍ਰਿੰਸੀਪਲ ਸਮਝ ਜਾਂਦਾ ਕਿ ਉਹਦੀਆਂ ਫੀਲਿੰਗ ਸਮਝ ਜਾਂਦਾ ਵੀ ਤੂੰ ਕੀ ਕਹਿਣਾ ਚਾਹੁੰਦਾ। ਮਤਲਬ ਰੂਲ ਤਾਂ ਸੀਗੇ ਪਰ ਉਹ ਫੋਲੋ ਨਹੀਂ ਕੀਤੇ ਉਹਨੇ, ਮਤਲਬ ਉਹਨੂੰ ਨੌਲੇਜ ਨਹੀਂ ਜਾਂ ਰੂਲ ਦੀ, ਉਹ ਫੋਲੋ ਨਹੀਂ ਕਰ ਰਿਹਾ। ਪਰ ਜਿੱਥੇ ਫੋਲੋ ਕਰਨੇ ਚਾਹੀਦੇ ਆ ਉਹ ਪ੍ਰੈਸਕ੍ਰਿਪਟਿਵ ਗ੍ਰਾਮਰ ਆ, ਹੋ ਰਹੇ ਆ ਜਾਂ ਨਹੀਂ ਹੋ ਰਹੇ ਰੂਲਸ ਫੋਲੋ, ਦੈਟ ਇਜ਼ ਕਾਲਡ ਡਿਸਕ੍ਰਿਪਟਿਵ ਗ੍ਰਾਮਰ। ਮਤਲਬ ਇਨ ਅ ਡਿਸਕ੍ਰਿਪਟਿਵ ਗ੍ਰਾਮਰ ਦੇਅਰ ਇਜ਼ ਨੋ ਰਾਈਟ ਔਰ ਰੋਂਗ, ਇਹਦੇ 'ਚ ਕੋਈ ਵੀ ਰਾਈਟ ਔਰ ਰੋਂਗ ਨਹੀਂ ਹੁੰਦਾ। ਤੇ ਦੂਸਰੇ ਪਾਸੇ ਜਿਹੜੀ ਪ੍ਰਿਸਕ੍ਰਿਪਟਿਵ ਗ੍ਰਾਮਰ ਹੁੰਦੀ ਆ ਉਹ ਬਿਲਕੁਲ ਸਹੀ ਹੁੰਦੀ ਹੈ, ਰਿਟਨ ਫਾਰਮ ਦੇ ਵਿੱਚ ਹੁੰਦੀ ਆ, ਫਾਰਮਲ ਵੇ ਹੁੰਦਾ ਗਾ ਉਹ ਕਮਿਊਨੀਕੇਸ਼ਨ ਦਾ। ਮਤਲਬ ਜਿਹੜੀ ਪ੍ਰਿਸਕ੍ਰਿਪਟਿਵ ਗ੍ਰਾਮਰ ਹੁੰਦੀ ਆ ਉਹ ਬਿਲਕੁਲ ਸਹੀ ਹੁੰਦੀ ਆ, ਤੇ ਡਿਸਕ੍ਰਿਪਟਿਵ ਗ੍ਰਾਮਰ ਜਿਹੜੀ ਹੁੰਦੀ ਆ ਉਹਦੇ 'ਚ ਕੋਈ ਵੀ ਸਹੀ ਜਾਂ ਗਲਤ ਨਹੀਂ ਹੁੰਦਾ। ਮਤਲਬ ਸਿਰਫ ਸਾਹਮਣੇ ਵਾਲੇ ਨੂੰ ਗੱਲ ਆਪਾਂ ਸਮਝਾਉਣੀ ਆ ਤੇ ਅਗਲੇ ਨੂੰ ਸਮਝ ਆ ਗਈ ਬਸ, ਠੀਕ ਆ, ਦੈਟਸ ਇਟ। ਡਿਸਕ੍ਰਿਪਟਿਵ ਗ੍ਰਾਮਰ ਕੈਨ ਬੀ ਕੰਪੇਅਰ ਟੂ ਪ੍ਰਿਸਕ੍ਰਿਪਟਿਵ ਗ੍ਰਾਮਰ। ਮਤਲਬ ਜੇ ਪੇਪਰ ਦੇ ਵਿੱਚ ਕੁਐਸਚਨ ਆ ਗਿਆ ਕਿ ਡਿਸਕ੍ਰਿਪਟਿਵ ਗ੍ਰਾਮਰ ਆ ਜਿਹੜੀ ਉਹ ਕਿਹੜੀ ਗ੍ਰਾਮਰ ਨਾਲ ਕੰਪੇਅਰ ਕਰ ਸਕਦੇ ਹਾਂ ਆਪਾਂ, ਤਾਂ ਉਹਦਾ ਆਨਸਰ ਆਪਾਂ ਕੀ ਲਾਵਾਂਗੇ, ਪ੍ਰਿਸਕ੍ਰਿਪਟਿਵ ਗ੍ਰਾਮਰ ਲਾਵਾਂਗੇ। ਉਹਦਾ ਆਨਸਰ ਕੀ ਲਾਵਾਂਗੇ ਆਪਾਂ, ਪ੍ਰਿਸਕ੍ਰਿਪਟਿਵ ਗ੍ਰਾਮਰ ਲਾਵਾਂਗੇ। ਸਟੂਡੈਂਟਸ ਇਹ ਡਿਸਕ੍ਰਿਪਟਿਵ ਗ੍ਰਾਮਰ। ਹੁਣ ਆਪਾਂ ਪ੍ਰਿਸਕ੍ਰਿਪਟਿਵ ਗ੍ਰਾਮਰ ਦੀ ਇੱਕ ਵਾਰੀ ਡਿਫਾਈਨ ਦੇਖ ਲਈਏ ਕਿਵੇਂ ਕਰਾਂਗੇ ਆਪਾਂ। ਇਟ ਇਜ਼ ਅ ਟ੍ਰੈਡੀਸ਼ਨਲ ਅਪਰੋਚ, ਮਤਲਬ ਬਹੁਤ ਲੰਬੇ ਸਮਾਂ ਤੋਂ ਰੂਲ ਬਣਾਤੇ ਇੰਗਲਿਸ਼ ਦੇ, ਬਹੁਤ ਪੁਰਾਣੇ ਸਮਿਆਂ ਦੇ ਵਿੱਚ ਰੂਲ ਬਣ ਗਏ ਇੰਗਲਿਸ਼ ਦੇ ਕਿ ਜੀ ਟੈਂਸ ਐਵੇਂ ਯੂਜ਼ ਕਰਨੇ ਆ, ਟੈਂਸ ਦੇ ਰੂਲਸ ਲਾ ਲਓ, ਟੈਂਸ ਦੇ ਰੂਲਸ ਬਹੁਤ ਪੁਰਾਣੇ ਸਮੇਂ ਦੇ ਵਿੱਚ ਬਣ ਗਏ, ਠੀਕ ਹੈ। ਉਹਨਾਂ ਰੂਲਸ ਨੂੰ ਹੀ ਆਪਾਂ ਫੋਲੋ ਕਰਦੇ ਹਾਂ। ਇਸੇ ਗੱਲ ਕਰਕੇ ਪ੍ਰਿਸਕ੍ਰਿਪਟਿਵ ਗ੍ਰਾਮਰ ਨੂੰ ਆਪਾਂ ਕੀ ਬੋਲਦੇ ਹਾਂ, ਟ੍ਰੈਡੀਸ਼ਨਲ ਅਪਰੋਚ ਬੋਲਦੇ ਹਾਂ। ਉਦੋਂ ਦੇ ਹੀ ਚੱਲਦੇ ਆ ਰਹੇ ਆ, ਜਦੋਂ ਦੇ ਟੈਂਸ ਬਣ ਗਏ ਉਹੀ ਰੂਲ ਚੱਲਦੇ ਆ। ਇਸੇ ਗੱਲ ਕਰਕੇ ਆਪਾਂ ਕੀ ਬੋਲਦੇ ਹਾਂ, ਪ੍ਰਿਸਕ੍ਰਿਪਟਿਵ ਗ੍ਰਾਮਰ ਬੋਲਦੇ ਹਾਂ। Prescriptive grammar is an essential as it helps people to use formal English speech or writing। ਮੈਂ ਪਹਿਲਾਂ ਦੱਸਿਆ ਕਿ ਜਿੱਥੇ ਪੇਪਰ ਦੇ ਵਿੱਚ ਕੁਐਸਚਨ ਆ ਗਿਆ ਕਿ ਫਾਰਮਲ ਕਮਿਊਨੀਕੇਸ਼ਨ ਕਰਨੀ ਹੋਵੇ ਤਾਂ ਕਿਹੜੀ ਗ੍ਰਾਮਰ ਯੂਜ਼ ਹੁੰਦੀ ਹੈ। ਫਾਰਮਲ ਕਮਿਊਨੀਕੇਸ਼ਨ ਕਰਨੀ ਹੋਵੇ, ਪੇਪਰ ਦੇ ਵਿੱਚ ਕੁਐਸਚਨ ਆਇਆ ਤਾਂ ਕਿਹੜੀ ਗ੍ਰਾਮਰ ਯੂਜ਼ ਹੁੰਦੀ ਆ ਜੀ, ਹਮੇਸ਼ਾ ਰਿਟਨ ਫਾਰਮ ਦੇ ਵਿੱਚ ਜਾਂ ਫਾਰਮਲ ਕਮਿਊਨੀਕੇਸ਼ਨ ਟਾਈਮ ਪ੍ਰਿਸਕ੍ਰਿਪਟਿਵ ਗ੍ਰਾਮਰ ਯੂਜ਼ ਹੁੰਦੀ ਆ। ਚਾਹੇ ਉਹ ਸਪੀਚ ਹੋਵੇ, ਚਾਹੇ ਉਹ ਇੰਟਰਵਿਊ ਹੋਵੇ, ਜਦੋਂ ਆਪਾਂ ਐਸੇ ਰਾਈਟਿੰਗ ਕਰਦੇ ਹਾਂ ਜਾਂ ਲੈਟਰ ਰਾਈਟਿੰਗ ਕਰਦੇ ਹਾਂ, ਉਦੋਂ ਹਮੇਸ਼ਾ ਪਹਿਲਾਂ ਆਪਾਂ ਲਿਖਦੇ ਹਾਂ ਟੂ ਦਾ ਪ੍ਰਿੰਸੀਪਲ। ਫੋਰ ਐਗਜ਼ਾਮਪਲ ਆਪਾਂ ਕੋਈ ਵੀ ਲੈਟਰ ਲਿਖਣਾ, ਐਪਲੀਕੇਸ਼ਨ ਲਿਖਣੀ ਆ ਤਾਂ ਟੂ ਦਾ ਪ੍ਰਿੰਸੀਪਲ ਲਿਖਦੇ ਹਾਂ। ਮਤਲਬ ਇੱਕ ਰੂਲਸ ਨੇ ਵੀ ਟੂ ਦਾ ਪ੍ਰਿੰਸੀਪਲ ਉੱਪਰ ਆਊਗਾ ਅਤੇ ਫਿਰ ਆਪਾਂ ਅੱਗੇ ਲਿਖਾਂਗੇ, ਰੂਲਸ ਨੇ। ਤਾਂ ਲੈਟਰ ਲਿਖਣਾ, ਐਸੇ ਰਾਈਟਿੰਗ ਕਰਨੀ ਆ, ਸਪੀਚ ਕਰਨੀ ਆ, ਇੰਟਰਵਿਊ ਦੇਣੀ ਆ, ਹਮੇਸ਼ਾ, ਕਿਉਂਕਿ ਇਹ ਚਾਰੋਂ ਕਿਹੜੀ ਫਾਰਮ ਦੇ ਵਿੱਚ ਹੁੰਦੇ ਨੇ, ਫਾਰਮਲ। ਕਿਹੜੀ ਫਾਰਮ ਦੇ ਵਿੱਚ ਹੁੰਦੇ ਨੇ, ਫਾਰਮਲ ਫਾਰਮ ਦੇ ਵਿੱਚ ਹੁੰਦੇ ਨੇ। ਇਸੇ ਗੱਲ ਕਰਕੇ ਮੈਂ ਤੁਹਾਨੂੰ ਦੱਸਿਆ ਜਿੱਥੇ ਫਾਰਮਲ ਸਪੀਚ ਵੀ ਫਾਰਮਲ ਹੋਊਗੀ, ਆਪਾਂ ਕਿਸੇ ਟੌਪਿਕ ਦੇ ਉੱਪਰ ਸਪੀਚ ਰੈਡੀ ਕਰ ਰਹੇ ਹਾਂ, ਲੈਟਰ ਵੀ ਫਾਰਮਲ ਹੋਊਗੀ। ਲੈਟਰ ਦੇ ਵਿੱਚ ਆਪਾਂ ਗੱਪ ਛੜ ਆਪਣੀ ਲਿਖ ਸਕਦੇ, ਲੈਟਰ ਵੀ ਫਾਰਮਲ ਹੋਊਗੀ, ਅਤੇ ਜਿਹੜਾ ਤੁਹਾਡਾ ਐਸੇ ਰਾਈਟਿੰਗ ਆ ਉਹ ਵੀ ਫਾਰਮਲ ਹੋਊ, ਅਤੇ ਇੰਟਰਵਿਊ ਵੀ ਫਾਰਮਲ ਹੋਊ। ਪੇਪਰ ਦੇ ਵਿੱਚ ਚਾਰਾਂ ਦੇ ਵਿੱਚੋਂ ਜੋ ਮਰਜ਼ੀ ਆ ਜੇ ਤਾਂ ਚੁੱਪ ਕਰਕੇ ਕੀ ਭੜਕਾ ਦਿਓ, ਪ੍ਰਿਸਕ੍ਰਿਪਟਿਵ ਗ੍ਰਾਮਰ। ਕੀ ਭੜਕਾਉਣਾ, ਪ੍ਰਿਸਕ੍ਰਿਪਟਿਵ ਗ੍ਰਾਮਰ। ਸੋ ਸਟੂਡੈਂਟਸ ਇਹ ਦੋ ਟਰਮਾਂ ਸੀ ਜਿਨ੍ਹਾਂ ਬਾਰੇ ਆਪਾਂ ਡਿਸਕਸ ਕੀਤਾ। ਹੁਣ ਜੋ ਵੀ ਆਪਾਂ ਅੱਜ ਦੀ ਤੀਜੀ ਕਲਾਸ ਦੇ ਵਿੱਚ ਦੋ ਟਰਮਾਂ ਕੀਤੀਆਂ ਅਤੇ ਪਹਿਲਾਂ ਵਾਲੀਆਂ ਦੋ ਕਲਾਸਾਂ ਦੇ ਵਿੱਚ ਜੋ ਵੀ ਟਰਮਾਂ ਕੀਤੀਆਂ ਉਹਨਾਂ ਦਾ ਨਿਚੋੜ ਮਤਲਬ MCQ ਕਰਨ ਜਾ ਰਹੇ ਹਾਂ। ਸਟੂਡੈਂਟਸ ਚੱਲਦੇ ਹਾਂ ਆਪਾਂ ਅੱਜ ਦੇ ਪਹਿਲੇ MCQ ਵੱਲ। ਤਾਂ ਆਪਾਂ ਚੱਲਦੇ ਹਾਂ ਅੱਜ ਦੇ ਆਪਣੇ ਪਹਿਲੇ MCQ ਦੇ ਵੱਲ। ਤਾਂ ਪਹਿਲਾ ਆਪਣਾ ਇੰਗਲਿਸ਼ ਪੈਡਾਗੋਜੀ ਕਲ ਟਰਮਸ ਦਾ ਪਹਿਲਾ MCQ ਆ ਜੀ। ਪਿਜਨ ਹੈਜ਼ ਗ੍ਰਾਮੈਟੀਕਲ ਸਟਰਕਚਰ, ਨੇਟਿਵ ਸਪੀਕਰਸ ਐਂਡ ਰਿਟਨ ਫਾਰਮ। ਪਿਜਨ ਕਿਹੜੀ ਲੈਂਗੁਏਜ ਸੀ, ਪਿਜਨ ਆਪਾਂ ਤੁਹਾਨੂੰ ਜਦੋਂ ਪੜ੍ਹਾਇਆ ਸੀ ਟੁੱਟੀ ਫੁੱਟੀ ਭਾਸ਼ਾ, ਦੋ ਗਰੁੱਪਾਂ ਦੇ ਵਿੱਚ ਜਾਂ ਮੋਰ ਦੈਨ ਟੂ ਗਰੁੱਪਸ ਵਿੱਚ ਜੋ ਵਪਾਰ ਨੂੰ, ਟ੍ਰੇਡ ਨੂੰ ਚਲਾਉਣ ਲਈ ਭਾਸ਼ਾ ਵਰਤੀ ਜਾਂਦੀ ਸੀ ਉਸ ਨੂੰ ਆਪਾਂ ਪਿਜਨ ਲੈਂਗੁਏਜ ਬੋਲਦੇ ਸੀ। ਤਾਂ ਮੈਂ ਤੁਹਾਨੂੰ ਦੱਸਿਆ ਸੀ ਇਹਦੇ 'ਚ ਅੱਧੇ ਕੁ ਆਪਾਂ ਕੁਛ ਅੰਸ਼ ਹੋਰ ਲੈਂਗੁਏਜ ਦੇ ਚੱਕ ਲਏ, ਕੁਛ ਐਲੀਮੈਂਟ ਹੋਰ ਲੈਂਗੁਏਜ ਦੇ, ਕੁਛ ਜਿਹੜੇ ਐਲੀਮੈਂਟ ਸੀਗੇ ਹੋਰ ਲੈਂਗੁਏਜ ਦੇ, ਦੋਨਾਂ ਨੂੰ ਮਿਕਸ ਅਪ ਕਰਕੇ ਇੱਕ ਭਾਸ਼ਾ ਬਣਾ ਲਈ ਸੀ ਜਿਹਦੀ ਕੋਈ ਵੀ ਗ੍ਰਾਮੈਟੀਕਲ ਸਟਰਕਚਰ ਨਹੀਂ ਹੁੰਦਾ। ਜਿਹਦਾ ਕੋਈ ਵੀ ਗ੍ਰਾਮੈਟੀਕਲ ਸਟਰਕਚਰ ਨਹੀਂ ਹੁੰਦਾ ਤਾਂ ਕੁਐਸਚਨ ਦੇ ਵਿੱਚ ਲਿਖਿਆ ਹੋਇਆ ਪਿਜਨ ਹੈਜ਼ ਗ੍ਰਾਮੈਟੀਕਲ ਸਟਰਕਚਰ, ਇੱਥੋਂ ਹੀ ਕਾਟਾ ਮਾਰ ਦਿਓ ਕਿ ਇਹ ਗਲਤ ਆ ਜੀ ਸਟੇਟਮੈਂਟ। ਨੇਟਿਵ ਸਪੀਕਰ ਵੀ ਨਹੀਂ ਹੁੰਦੇ ਜਿਹੜੇ ਮਦਰ ਟੰਗ ਨੂੰ ਬੋਲਦੇ ਨੇ ਪਿਜਨ ਲੈਂਗੁਏਜ ਦੇ ਵਿੱਚ, ਔਰ ਰਿਟਨ ਫਾਰਮ ਦੇ ਵਿੱਚ ਵੀ ਨਹੀਂ ਹੁੰਦੀ ਜਿਹੜੀ ਪਿਜਨ ਲੈਂਗੁਏਜ ਹੁੰਦੀ ਆ। ਤਾਂ ਇਹ ਜਿਹੜੀ ਸਟੇਟਮੈਂਟ ਪੁੱਛੀ ਗਈ ਆ ਇਹ ਟਰੂ ਆ ਜਾਂ ਫਾਲਸ ਆ, ਤਾਂ ਇਹ ਫਾਲਸ ਆ ਕਿਉਂਕਿ ਪਿਜਨ ਦੇ ਵਿੱਚ ਕੋਈ ਵੀ ਗ੍ਰਾਮੈਟੀਕਲ ਸਟਰਕਚਰ ਨਹੀਂ ਹੁੰਦਾ ਪਿਜਨ ਦਾ।
ਪਿਜਨ ਦੇ ਵਿੱਚ ਇਹ ਨਹੀਂ ਦੱਸਿਆ ਜਾਂਦਾ ਇਜ਼ ਐਮ ਆਰ ਕਿੱਥੇ ਲੱਗਣਾ, ਪਿਜਨ ਦੇ ਵਿੱਚ ਇਹ ਨਹੀਂ ਦੱਸਿਆ ਜਾਂਦਾ ਸਬਜੈਕਟ ਵਰਬ ਪਲੱਸ ਆਬਜੈਕਟ। ਇਹ ਤਾਂ ਵੈਸੇ ਹੀ ਟੁੱਟੀ ਫੁੱਟੀ ਭਾਸ਼ਾ ਬਣਾਈ ਜਾਂਦੀ ਹੈ, ਇਸੇ ਗੱਲ ਕਰਕੇ ਇਹਨੂੰ ਪਿਜਨ ਬੋਲਿਆ ਜਾਂਦਾ ਹੈ। ਟੁੱਟੀ ਫੁੱਟੀ ਭਾਸ਼ਾ ਮਤਲਬ ਪਿਜਨ ਲੈਂਗੁਏਜ। ਚੱਲਦੇ ਹਾਂ ਜੀ ਨੈਕਸਟ MCQ ਦੇ ਵੱਲ। ਹੁਣ ਇਹਨਾਂ ਨੇ ਪੁੱਛਿਆ ਬੱਚੇ ਆ ਕ੍ਰਿਓਲ ਇਜ਼, ਕਹਿੰਦੇ ਕ੍ਰਿਓਲ ਲੈਂਗੁਏਜ ਕਿਹੜੀ ਹੁੰਦੀ ਹੈ, ਕ੍ਰਿਓਲ ਟਰਮ ਆ ਜਿਹੜੀ ਉਹ ਕਿਹੜੀ ਹੁੰਦੀ ਹੈ। ਹੁਣ 3 ਆਪਸ਼ਨਾਂ ਦਿੱਤੀਆਂ। ਬੀ ਆਪਸ਼ਨ ਆ ਸਲੈਂਗ ਲੈਂਗੁਏਜ। ਸਲੈਂਗ ਲੈਂਗੁਏਜ ਕਿਹੜੀ ਹੁੰਦੀ ਆ, ਸਲੈਂਗ ਲੈਂਗੁਏਜ ਹੁੰਦੀ ਆ ਚੈਟ ਵਾਲੀ ਲੈਂਗੁਏਜ, ਮਤਲਬ ਚੈਟ ਵਾਲੀ ਲੈਂਗੁਏਜ। ਚੈਟ ਵਾਲੀ ਲੈਂਗੁਏਜ ਮਤਲਬ ਇਨਫੋਰਮਲ ਲੈਂਗੁਏਜ। ਇਨਫੋਰਮਲ ਦਾ ਮਤਲਬ ਪੁੱਤਰ ਜਿਹੜੀ ਆਪਾਂ ਫਰੈਂਡਸ ਦੇ ਵਿੱਚ ਯੂਜ਼ ਕਰਦੇ ਹਾਂ। ਆਈ ਵਾਨਾ ਗੋ ਟੂ ਅਬਰੋਡ, ਆਈ ਵਾਂਟ ਟੂ ਗੋ ਟੂ ਅਬਰੋਡ ਨਹੀਂ ਲਿਖਦੇ ਆਪਾਂ, ਆਈ ਵਾਨਾ ਗੋ ਟੂ ਅਬਰੋਡ। ਗੋਨਾ, ਆਈ ਗੋਨਾ, ਆਈ ਵੋਨਾ, ਇਹ ਸਾਰੇ ਕੀ ਨੇ, ਆਈ ਹੈਵਨਟ, ਇਹ ਸਾਰੇ ਕੀ ਨੇ, ਜਿਹੜੀ ਚੈਟ ਲੈਂਗੁਏਜ ਹੁੰਦੀ ਆ ਇਨਫੋਰਮਲ ਲੈਂਗੁਏਜ ਹੁੰਦੀ ਆ, ਉਹਨੂੰ ਆਪਾਂ ਸਲੈਂਗ ਲੈਂਗੁਏਜ ਬੋਲਦੇ ਹਾਂ। ਆ ਪਿਜਨ ਲੈਂਗੁਏਜ ਵੀ ਨਹੀਂ ਆ, ਪਿਜਨ ਤਾਂ ਟੁੱਟੀ ਫੁੱਟੀ ਭਾਸ਼ਾ ਹੁੰਦੀ ਆ, ਟੁੱਟੀ ਫੁੱਟੀ ਭਾਸ਼ਾ ਤੋਂ ਹੀ ਜਿਹੜੀ ਕੀ ਬਣਦੀ ਆ ਕ੍ਰਿਓਲ ਬਣਦੀ ਆ, ਤਾਂ ਸਲੈਂਗ ਲੈਂਗੁਏਜ ਵੀ ਨਹੀਂ ਹੈ। ਆ ਮਿਕਸਡ ਲੈਂਗੁਏਜ ਪਹਿਲੀ ਆਪਸ਼ਨ ਪੜ੍ਹੋ, ਵਿਦ ਦਾ ਸਿੰਪਲੀਫਾਈਡ ਗ੍ਰਾਮਰ ਦੈਟ ਪੀਪਲ ਰੇਅਰਲੀ ਲਰਨ ਐਜ਼ ਆ ਮਦਰ ਟੰਗ। ਬਹੁਤ ਘੱਟ ਲੋਕ ਨੇ ਜਿਹੜੇ ਕ੍ਰਿਓਲ ਨੂੰ ਮਦਰ ਟੰਗ ਦੇ ਰੂਪ ਦੇ ਵਿੱਚ ਸਿੱਖਦੇ ਨੇ। ਕੀ ਕਰਦੇ ਨੇ, ਇੱਕ ਵਪਾਰ ਨੂੰ ਚਲਾਉਣ ਦੇ ਲਈ ਇੱਕ ਭਾਸ਼ਾ ਚੱਲੀ, ਉਹਨੂੰ ਅਡੋਪਟ ਕੀਤਾ, ਉਹ ਪੱਕੇ ਤੌਰ 'ਤੇ ਬੋਲਣ ਲੱਗ ਜਾਂਦੇ ਆ, ਉਹਨੂੰ ਆਪਾਂ ਕ੍ਰਿਓਲ ਬੋਲਦੇ ਹਾਂ। ਚੱਲਦੇ ਹਾਂ ਜੀ ਨੈਕਸਟ MCQ ਵੱਲ। ਆਨਸਰ ਇਹ ਆ ਜੀ ਇਹਦਾ, ਸਮ ਪੀਪਲ ਸੇ ਦਾ ਵਰਡ ਵੰਡਰ। ਸਮ ਪੀਪਲ ਕਹਿੰਦੇ ਸੇ ਦਾ ਵਰਡ ਵੰਡਰ ਐਜ਼ ਅ ਡਿਸਟਿੰਕਟ ਪ੍ਰੋਨਾਊਂਸੀਏਸ਼ਨ ਆਫ ਦਾ ਆਰ ਐਟ ਦਾ ਐਂਡ। ਮਤਲਬ ਕੁਛ ਲੋਕ ਆ ਕਹਿੰਦੇ ਜਿਹੜੇ ਵੰਡਰ ਬੋਲਦੇ ਆ, ਆਰ ਨੂੰ ਕੀ ਕਰਦੇ ਨੇ, ਆਰ ਨੂੰ ਜ਼ਿਆਦਾ ਜ਼ੋਰ ਦੇ ਕੇ ਬੋਲਦੇ ਨੇ, ਵੰਡਰ ਕੀ ਬੋਲਦੇ ਨੇ, ਵੰਡਰ ਬੋਲਦੇ ਨੇ। ਔਰ ਅਦਰਸ ਮਾਈਟ ਸੇ ਦਾ ਸੇਮ ਵਰਡ, ਕਹਿੰਦੇ ਕੁਛ ਲੋਕ ਨੇ ਜਿਹੜੇ ਐਂਡ ਲੀਵ ਦਾ ਆਰ, ਸੇਮ ਵਰਡ ਨੂੰ ਆਰ ਛੱਡ ਕੇ ਬੋਲਦੇ ਨੇ, ਵੰਡਰ ਨੂੰ ਵੰਡਰ ਐਵੇਂ ਬੋਲਦੇ ਨੇ, AH ਦੀ ਆਵਾਜ਼ ਆਉਂਦੀ ਆ, ਤਾਂ ਇਸ ਨੂੰ ਕੀ ਬੋਲਿਆ ਜਾਂਦਾ, ਦੀਜ਼ ਡਿਫਰੈਂਸਿਸ ਇਨ ਪ੍ਰੋਨਾਊਂਸੀਏਸ਼ਨ ਆਰ ਕਾਲਡ। ਇਹਨਾਂ ਦੇ ਵਿੱਚ ਜਿਹੜੀ ਪ੍ਰੋਨਾਊਂਸੀਏਸ਼ਨ ਦੇ ਵਿੱਚ ਕੀ ਆ ਡਿਫਰੈਂਸ ਆ, ਉਹਨੂੰ ਕੀ ਬੋਲਦੇ ਆ, ਤਾਂ ਮੈਂ ਤੁਹਾਨੂੰ ਪੜ੍ਹਾਇਆ ਸੀ ਐਕਸੈਂਟ। ਆਪਾਂ ਪੜ੍ਹੇ ਸੀ ਐਕਸੈਂਟ। ਐਕਸੈਂਟ ਕੀ ਆ, ਦੋ ਪੀਪਲ ਨੇ, ਆਹ ਬੰਦਾ ਇੱਕ ਰਾਮ ਆ ਇੱਕ ਸ਼ਾਮ ਆ, ਇੱਕ ਰਾਮ ਆ ਇੱਕ ਸ਼ਾਮ ਆ। ਹੁਣ ਇੱਕ ਵਰਡ ਆ ਸ਼ਕੈਡਿਊਲ ਜਾਂ ਸਕੈਜੂਲ, ਇੱਕ ਵਰਡ ਆ ਸ਼ਡਿਊਲ ਜਾਂ ਸਕੈਜੂਲ। ਹੁਣ ਰਾਮ ਉਹਨੂੰ ਸ਼ਡਿਊਲ ਬੋਲਦਾ ਤੇ ਸ਼ਾਮ ਉਹਨੂੰ ਸਕੈਡਿਊਲ ਬੋਲਦਾ, ਮਤਲਬ ਦੋਨਾਂ ਦਾ ਜਿਹੜਾ ਇੱਕੋ ਵਰਡ ਨੂੰ ਬੋਲਣ ਦੀ ਪ੍ਰੋਨਾਊਂਸੀਏਸ਼ਨ ਕੀ ਆ, ਡਿਫਰੈਂਟ। ਇਹਨਾਂ ਨੇ ਵੀ ਇਹੀ ਪੁੱਛਿਆ ਕਿ ਇੱਕ ਬੰਦਾ ਵੰਡਰ ਬੋਲਦਾ, ਆਰ ਨੂੰ ਪੂਰਾ ਸਟ੍ਰੈਸ ਦੇ ਕੇ ਬੋਲਦਾ, ਦੂਸਰਾ ਬੰਦਾ ਉਸੇ ਵਰਡ ਨੂੰ ਵੰਡਰ ਨੂੰ AH ਦਾ ਸਟ੍ਰੈਸ ਦੇ ਕੇ AH ਦੀ ਆਵਾਜ਼ ਕੱਢ ਕੇ ਬੋਲਦਾ, ਤਾਂ ਉਸ ਡਿਫਰੈਂਸਿਸ ਨੂੰ ਆਪਾਂ ਕੀ ਬੋਲਦੇ ਹਾਂ, ਉਸ ਨੂੰ ਬੋਲਦੇ ਹਾਂ ਆਪਾਂ, ਇਹ ਆਪਸ਼ਨ ਆ ਜੀ ਐਕਸੈਂਟ ਇਜ਼ ਦਾ ਰਾਈਟ ਆਪਸ਼ਨ। ਐਕਸੈਂਟ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਕੁਐਸਚਨ ਨੰਬਰ 4, ਸਿਲੈਕਟ ਦਾ ਮੋਸਟ ਐਪਰੋਪਰੀਏਟ ਡੈਫੀਨੇਸ਼ਨ ਆਫ ਵਰਡ ਡਾਇਲੈਕਟ। ਹੁਣ ਇਹਨਾਂ ਨੇ ਪੁੱਛਿਆ ਕਿ ਡਾਇਲੈਕਟ ਜਿਹੜੀ ਲੈਂਗੁਏਜ ਆ, ਐਪਰੋਪਰੀਏਟ ਡੈਫੀਨੇਸ਼ਨ ਕੀ ਆ ਉਸਦੀ, ਤਾਂ ਪਹਿਲੀ ਆਪਸ਼ਨ ਪੜ੍ਹੋ ਜੀ, ਦਾ ਟਰਮ ਯੂਜ਼ਡ ਫॉर ए ਫॉर्म ਆਫ ਲੈਂਗੁਏਜ ਵਿਦ ਡਿਸਟਿੰਕਟ ਫੀਚਰਸ ਆਫ ਵੋਕੈਬਲਰੀ ਗ੍ਰਾਮਰ ਐਂਡ ਪ੍ਰੋਨਾਊਂਸੀਏਸ਼ਨ। ਪਹਿਲੀ ਆਪਸ਼ਨ ਕੀ ਆ ਜੀ, ਗਲਤ ਆ। ਚੱਲਦੇ ਹਾਂ ਜੀ ਸੈਕਿੰਡ ਆਪਸ਼ਨ ਪੜ੍ਹਦੇ ਹਾਂ ਆਪਾਂ, ਆ ਟਰਮ ਯੂਜ਼ ਟੂ ਡਿਸਕ੍ਰਾਈਬ ਲੈਂਗੁਏਜ ਐਸੋਸੀਏਟਡ ਵਿਦ ਦਾ ਰੀਜ਼ਨ। ਠੀਕ ਆ ਜੀ, ਦੂਸਰੀ ਆਪਸ਼ਨ ਦੇ ਉੱਪਰ ਆਪਾਂ ਟਿਕ ਲਾਉਣੇ ਆ। ਠੀਕ ਆ, ਕੁਛ ਹੱਦ ਤੱਕ ਦੂਸਰੀ ਆਪਸ਼ਨ ਕਿਉਂਕਿ ਰੀਜ਼ਨ ਦੇ ਨਾਲ ਹੀ ਰਿਲੇਟ ਕੀਤਾ ਸੀ ਆਪਾਂ ਡਾਇਲੈਕਟ ਨੂੰ। ਡਾਇਲੈਕਟ ਕੀ ਆ, ਉਪਭਾਸ਼ਾ, ਤਾਂ ਇੱਕ ਵਾਰੀ ਆਪਾਂ ਦੂਸਰੀ ਆਪਸ਼ਨ ਸਹੀ ਕਰਦੇ ਹਾਂ। ਤੀਸਰੀ ਆਪਸ਼ਨ ਪੜ੍ਹਦੇ ਹਾਂ। ਪੇਪਰ ਦੇ ਵਿੱਚ ਇੱਕ ਚੀਜ਼ ਯਾਦ ਰੱਖਿਓ, ਹਮੇਸ਼ਾ ਚਾਰੋਂ ਆਪਸ਼ਨ ਪੜ੍ਹ ਕੇ ਆਨਸਰ ਲਾਉਣਾ ਹੈ, ਚਾਰੋਂ ਆਪਸ਼ਨ ਪੜ੍ਹੇ ਬਿਨਾਂ ਆਨਸਰ ਨਹੀਂ ਲਾਉਣਾ। ਤੀਸਰੀ ਆਪਸ਼ਨ ਪੜ੍ਹਿਓ, ਆ ਟਰਮ ਯੂਜ਼ ਟੂ ਡਿਸਕ੍ਰਾਈਬ ਦਾ ਸਾਊਂਡਸ ਇੰਪਲੋਇਡ ਬਾਈ ਦਾ ਸਪੀਕਰ। ਕੁਛ ਵੀ ਨਹੀਂ, ਇਹ ਤਾਂ ਊਂ ਪਾਤੀ ਚੱਕ ਕੇ, ਇਹਦਾ ਕੋਈ ਤੁੱਕ ਹੀ ਨਹੀਂ ਬਣਦਾ। ਡੀ ਆਪਸ਼ਨ ਪੜ੍ਹਿਓ, ਆ ਟਰਮ ਯੂਜ਼ ਟੂ ਡਿਸਕ੍ਰਾਈਬ ਲੈਂਗੁਏਜ ਕਨੈਕਟਡ ਟੂ ਸਮਵਨਸ ਆਕੂਪੇਸ਼ਨ। ਹੁਣ ਇੱਥੇ ਪੰਗਾ ਪੈ ਗਿਆ, ਦੂਜੀ ਆਪਸ਼ਨ ਵੀ ਸਹੀ ਹੈ ਅਤੇ ਚੌਥੀ ਆਪਸ਼ਨ ਵੀ ਸਹੀ ਆ, ਕਿਉਂਕਿ ਜਦੋਂ ਆਪਾਂ ਡਾਇਲੈਕਟ ਪੜ੍ਹੀ ਸੀ, ਡਾਇਲੈਕਟ ਲੈਂਗੁਏਜ ਕਿਸੇ ਦੇ ਕਿੱਤੇ ਨਾਲ ਵੀ ਜੁੜੀ ਹੁੰਦੀ ਆ, ਜਿਵੇਂ ਡਾਕਟਰਾਂ ਦੀ ਇੱਕ ਅਲੱਗ ਲੈਂਗੁਏਜ ਹੁੰਦੀ ਆ ਅਤੇ ਰੀਜ਼ਨ ਦੀ ਲੈਂਗੁਏਜ ਵੀ ਹੁੰਦੀ ਆ। ਦੋਨੇ ਆਪਸ਼ਨਾਂ ਜੇ ਪੇਪਰ ਦੇ ਵਿੱਚ ਦਿੱਤੀਆਂ ਹੋਣ, ਘਬਰਾਉਣਾ ਨਹੀਂ, ਸਿਰ ਫੜ ਕੇ ਨਹੀਂ ਬੈਠਣਾ ਬਈ ਕਿਹੜੀ ਲਾਉਣੀ ਆ,
ਚੁੱਪ ਕਰਕੇ ਜੇ ਦੋਨੇ ਦਿੱਤੀਆਂ ਤਾਂ ਰੀਜਨ ਵਾਲੀ ਬੀ ਆਪਸ਼ਨ ਸਹੀ ਹੋਊਗੀ। ਜੇ ਰੀਜਨ ਵਾਲੀ ਆਪਸ਼ਨ ਨਹੀਂ ਦਿੱਤੀ ਤਾਂ ਤੁਸੀਂ ਆਕੂਪੇਸ਼ਨ ਵਾਲੀ ਜਿਹੜੀ ਆਪਸ਼ਨ ਆ ਉਹ ਰਾਈਟ ਕਰ ਸਕਦੇ ਹੋ। ਪਰ ਇੱਥੇ ਰੀਜਨ ਦਿੱਤਾ ਹੋਇਆ ਏਰੀਏ ਦੀ ਭਾਸ਼ਾ ਮਤਲਬ ਉਪਭਾਸ਼ਾ, ਤਾਂ ਕਿਹੜਾ ਆਨਸਰ ਆ ਜੀ? ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਕੁਐਸਚਨ ਨੰਬਰ 5, select the most appropriate definition of word register। ਰਜਿਸਟਰ ਮੈਂ ਪੜ੍ਹਿਆ ਸੀ ਕਿ ਇੱਕ ਬੰਦਾ ਇਹ ਦੋਨੇ ਕਲੀਗ ਨੇ। ਕੀ ਨੇ? ਕਲੀਗ ਨੇ। ਇਹ ਬੈਠੇ ਗੱਪਾਂ ਮਾਰੀ ਜਾਂਦੇ ਆ ਤੇ ਇੱਥੇ ਨਾ ਦੂਰ ਬੈਠਾ ਇਹਨਾਂ ਦਾ ਬੌਸ ਮਿਸਟਰ ਬੌਸ ਕੀ ਆ ਨੇ ਦੂਰ ਬੈਠੇ ਨੇ ਤੇ ਇਹ ਦੋਨੇ ਉਹਦੀਆਂ ਚੁਗਲੀਆਂ ਕਰ ਰਹੇ ਆ। ਕੀ ਕਰ ਰਹੇ ਆ? ਚੁਗਲੀਆਂ ਕਰ ਰਹੇ ਆ। ਉਹ ਵਿਚਾਰਾ ਉੱਠ ਕੇ ਇਹਨਾਂ ਕੋਲੇ ਕੋਈ ਕੰਮ ਆ ਗਿਆ ਤੇ ਇਹ ਦੋਨਾਂ ਨੇ ਕੀ ਕਰਨੀ ਸ਼ੁਰੂ ਕਰਤੀ? ਉਹਦੀ ਪ੍ਰੇਜ਼ ਕਰਨੀ ਸ਼ੁਰੂ ਕਰਤੀ। ਬੌਸ ਤੁਸੀਂ ਬਹੁਤ ਵਧੀਆ ਹੋ, ਤੁਹਾਡਾ ਨੇਚਰ ਬਹੁਤ ਵਧੀਆ। ਪਹਿਲਾਂ ਉਹਦੀਆਂ ਚੁਗਲੀਆਂ ਤਾਂ ਬੇਕਾਰ ਬੰਦਾ ਹੈ, ਪਰ ਜਦੋਂ ਸਾਹਮਣੇ ਆਇਆ ਤਾਂ ਮਤਲਬ ਮੀਆਂ ਮਿੱਠੂ ਬਣੀ ਗਏ ਉਹਦੇ ਸਾਹਮਣੇ। ਤੁਸੀਂ ਤਾਂ ਬਹੁਤ ਵਧੀਆ ਹੋ, ਤਾਰੀਫ ਕਰਦੇ ਰਹੇ। ਹਾਊ ਲੈਂਗੁਏਜ ਇਜ਼ ਯੂਜ਼ਡ ਇਨ ਡਿਫਰੈਂਟ ਸਿਚੁਏਸ਼ਨ ਇਜ਼ ਕਾਲਡ ਰਜਿਸਟਰ। ਇਹਨੂੰ ਕੀ ਬੋਲਦੇ ਹਾਂ ਆਪਾਂ? ਰਜਿਸਟਰ ਬੋਲਦੇ ਹਾਂ। ਤਾਂ ਦੇਖਿਓ ਆਪਸ਼ਨ ਦੇ ਵਿੱਚ ਕਿੱਥੇ ਲਿਖਿਆ ਹੋਇਆ ਡੀ ਆਪਸ਼ਨ। ਦੇਖੋ, ਆ ਟਰਮ ਯੂਜ਼ ਟੂ ਡਿਸਕ੍ਰਾਈਬ ਲੈਂਗੁਏਜ ਕਨੈਕਟਡ ਟੂ ਡਿਫਰੈਂਟ ਸਿਚੁਏਸ਼ਨ। ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ ਆਪਾਂ ਕਿਹੜੀ ਲੈਂਗੁਏਜ ਯੂਜ਼ ਕਰਦੇ ਹਾਂ ਉਹਨੂੰ ਬੋਲਦੇ ਹਾਂ ਆਪਾਂ ਰਜਿਸਟਰ। ਤਾਂ 4 ਨੰਬਰ ਡੀ ਆਪਸ਼ਨ ਕੀ ਆ? ਰਾਈਟ ਆਪਸ਼ਨ ਆ। ਨੈਕਸਟ ਆਪਾਂ ਚੱਲਦੇ ਹਾਂ MCQ ਨੰਬਰ 6, ਸਟੱਡੀ ਆਫ ਅਰੇਂਜਮੈਂਟ। ਅਰੇਂਜਮੈਂਟ ਆ ਜੇ, ਸਟਰਕਚਰ ਆ ਜੇ। ਅਰੇਂਜਮੈਂਟ ਆ ਜੇ, ਸਟਰਕਚਰ ਆ ਜੇ ਤਾਂ ਆਨਸਰ ਦਾ ਕੀ ਹੋਊਗਾ? ਪਹਿਲਾ ਆਪਸ਼ਨ ਏ ਡਾਇਲੈਕਟ ਹੁੰਦੀ ਹੈ ਜੀ, ਉਪਭਾਸ਼ਾ। ਦੂਸਰੀ ਆਪਸ਼ਨ ਹੁੰਦੀ ਹੈ ਐਕਸੈਂਟ ਹੁੰਦਾ ਆਪਾਂ ਨੂੰ ਇੱਕੋ ਵਰਡ ਨੂੰ ਬੋਲਣ ਦਾ ਵੱਖਰਾ ਤਰੀਕਾ, ਉਹਨੂੰ ਆਪਾਂ ਐਕਸੈਂਟ ਬੋਲਦੇ ਹਾਂ। ਸਮੈਂਟਿਕਸ ਹੁੰਦਾ ਵਰਡ ਦੇ ਮੀਨਿੰਗ ਦੀ ਸਟੱਡੀ। ਇੱਕ ਸ਼ਬਦ ਆ ਗੋ ਦਾ ਕੀ ਮੀਨਿੰਗ ਹੋਊਗਾ ਉਹਦੀ ਸਟੱਡੀ ਨੂੰ ਆਪਾਂ ਸਮੈਂਟਿਕਸ ਬੋਲਦੇ ਹਾਂ। ਤੇ ਸਟਰਕਚਰ ਤੇ ਅਰੇਂਜਮੈਂਟ ਦੀ ਸਟੱਡੀ ਨੂੰ ਆਪਾਂ ਬੋਲਦੇ ਹਾਂ ਸਿੰਟੈਕਸ। ਸੀ ਆਪਸ਼ਨ ਕੀ ਆ? ਰਾਈਟ ਆਪਸ਼ਨ ਆ। ਸੀ ਆਪਸ਼ਨ ਕੀ ਆ? ਰਾਈਟ ਆਪਸ਼ਨ ਹੈ। ਤਾਂ ਸੀ ਆਪਸ਼ਨ ਕੀ ਆ? ਰਾਈਟ ਆਪਸ਼ਨ ਹੈ। ਕੁਐਸਚਨ ਨੰਬਰ 7, ਸਟੱਡੀ ਆਫ ਦਾ ਮੀਨਿੰਗ ਆਫ ਦਾ ਵਰਡਸ। ਪਹਿਲਾਂ ਮੈਂ ਗੱਲ ਕਰ ਚੁੱਕਿਆ। ਸਟੱਡੀ ਆਫ ਦਾ ਮੀਨਿੰਗ ਆਫ ਦਾ ਵਰਡਸ ਐਂਡ ਸੈਂਟੈਂਸ ਇਜ਼ ਕਾਲਡ। ਇੱਕ ਵਰਡ ਆ ਗੋ ਦਾ ਕੀ ਮਤਲਬ ਆ? ਜਾਣਾ। ਗੋ ਦਾ ਮਤਲਬ ਕੀ ਆ? ਜਾਓ। ਗੋ ਦਾ ਮਤਲਬ ਕੀ ਆ? ਜਾਣਾ। ਤਾਂ ਵਰਡ ਦੇ ਮੀਨਿੰਗ ਦੀ ਸਟੱਡੀ ਨੂੰ ਕੀ ਬੋਲਦੇ ਆਪਾਂ? ਡੀ ਆਪਸ਼ਨ। ਜੇ ਪੁੱਛਿਆ ਗਿਆ ਸੈਂਟੈਂਸ ਦੇ ਸਟਰਕਚਰ ਦੀ ਸਟੱਡੀ, ਅਰੇਂਜਮੈਂਟ ਆਫ ਵਰਡਸ ਟੂ ਮੇਕ ਸੈਂਟੈਂਸ, ਤਾਂ ਆਪਾਂ ਸਿੰਟੈਕਸ ਲਾਵਾਂਗੇ। ਜੇ ਪੁੱਛਿਆ ਗਿਆ ਜਿਹੜਾ ਇੱਕ ਸੈਂਟੈਂਸ ਬਣ ਗਿਆ ਉਹਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਮੀਨਿੰਗ ਦੀ ਸਟੱਡੀ ਨੂੰ ਕੀ ਬੋਲਦੇ ਆ? ਤਾਂ ਆਪਾਂ ਕੀ ਬੋਲਦੇ ਹਾਂ? ਸਮੈਂਟਿਕਸ ਬੋਲਦੇ ਹਾਂ। ਆਈ ਹੋਪ ਕਿ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਰਿਹਾ ਸਟੂਡੈਂਟਸ। ਨੈਕਸਟ ਆਪਾਂ ਚੱਲਦੇ ਹਾਂ ਜੀ, ਵਿਚ ਗ੍ਰਾਮਰ ਫੋਕਸਡ ਔਨ ਦਾ ਸਟੈਂਡਰਡ ਯੂਜ਼ ਆਫ ਇੰਗਲਿਸ਼ ਲੈਂਗੁਏਜ। ਸਟੈਂਡਰਡ ਯੂਜ਼ ਮਤਲਬ ਜਿਹੜੇ ਰੂਲਸ ਬਣ ਗਏ ਉਹਨਾਂ ਦੀ ਜਦੋਂ ਆਪਾਂ ਯੂਜ਼ ਕਰਦੇ ਹਾਂ ਕਿਹੜੀ ਗ੍ਰਾਮਰ ਦੇ ਵਿੱਚ ਕਰਦੇ ਹਾਂ? ਮਤਲਬ ਆਪਾਂ ਨੂੰ ਕੋਲੇ ਬਣ ਕੇ ਆ ਗਿਆ, ਰੂਲ ਬਣ ਗਏ। ਇੱਕ ਸੈਂਟੈਂਸ ਕਿਵੇਂ ਬਣਾਉਣਾ ਉਹਦੇ 'ਚ ਆਪਣਾ ਰੂਲ ਬਣ ਗਿਆ। ਪਹਿਲਾਂ ਸਬਜੈਕਟ ਆ ਗਿਆ, ਫਿਰ ਵਰਬ ਆ ਗਈ, ਫਿਰ ਆਬਜੈਕਟ ਆ ਗਿਆ। ਇਹ ਰੂਲ ਆ, ਇਹਨੂੰ ਆਪਾਂ ਸਟੈਂਡਰਡ ਇੰਗਲਿਸ਼ ਬੋਲਦੇ ਹਾਂ। ਇਹਨੂੰ ਆਪਾਂ ਫਾਰਮਲ ਲੈਂਗੁਏਜ ਬੋਲਦੇ ਹਾਂ। ਤਾਂ ਫਾਰਮਲ ਦੀ ਜੋ ਆਪਾਂ ਗੱਲ ਕੀਤੀ ਸੀ, ਸਟੈਂਡਰਡ ਯੂਜ਼ ਆਫ ਇੰਗਲਿਸ਼ ਲੈਂਗੁਏਜ ਦੀ ਗੱਲ ਕੀਤੀ ਸੀ, ਤਾਂ ਆਪਸ਼ਨ ਏ ਇਜ਼ ਦਾ ਰਾਈਟ ਆਪਸ਼ਨ। ਪ੍ਰਿਸਕ੍ਰਿਪਟਿਵ ਗ੍ਰਾਮਰ। ਕਿਹੜੀ ਗ੍ਰਾਮਰ? ਪ੍ਰਿਸਕ੍ਰਿਪਟਿਵ ਗ੍ਰਾਮਰ। ਨੈਕਸਟ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਗ੍ਰਾਮਰ ਫੋਕਸਡ ਔਨ ਦਾ ਵੇ ਹਾਊ ਪੀਪਲ ਯੂਜ਼ ਇੰਗਲਿਸ਼ ਲੈਂਗੁਏਜ। ਮੈਂ ਦੱਸਿਆ ਸੀ ਕਿ ਮੈਂ ਇੱਕ ਟੀਚਰ ਆ, ਟੀਚਰ ਨੇ ਮੈਨੂੰ ਪੜ੍ਹਾਤਾ ਕਿ ਜਿਹੜਾ ਪ੍ਰੈਜੈਂਟ ਅਨਡੈਫੀਨਿਟ ਟੈਂਸ ਆ ਉਹਦੇ 'ਚ ਵਰਬ ਦੀ ਪਹਿਲੀ ਫਾਰਮ ਲੱਗੂਗੀ। ਟੀਚਰ ਨੇ ਮੈਨੂੰ ਦੱਸਿਆ ਕਿ ਜਿਹੜਾ ਪ੍ਰੈਜੈਂਟ ਅਨਡੈਫੀਨਿਟ ਟੈਂਸ ਆ ਉਹ 'ਚ ਵਰਬ ਦੀ ਪਹਿਲੀ ਫਾਰਮ ਲੱਗੂਗੀ। ਮੇਰੇ ਯਾਦ ਨਹੀਂ ਰਿਹਾ, ਮੈਂ ਕੀ ਕੀਤਾ? ਦੂਜੀ ਫਾਰਮ ਚੱਕਤੀ। ਦੂਜੀ ਫਾਰਮ ਚੱਕਤੀ ਪ੍ਰੈਜੈਂਟ ਅਨਡੈਫੀਨਿਟ ਟੈਂਸ ਦੇ ਵਿੱਚ। ਮਤਲਬ ਜਿਹੜੇ ਰੂਲਸ ਸੀ ਮੈਨੂੰ ਫੋਲੋ ਕਰਨੇ ਚਾਹੀਦੇ ਸੀ, ਮੈਂ ਨਹੀਂ ਕੀਤੇ। ਇਹ ਪੁੱਛਿਆ ਗਿਆ ਵੇ ਹਾਊ ਪੀਪਲ ਯੂਜ਼ ਇੰਗਲਿਸ਼ ਲੈਂਗੁਏਜ, ਤਾਂ ਇਹ ਕੀ ਆ ਜੀ? ਡਿਸਕ੍ਰਿਪਟਿਵ। ਇਹਨੂੰ ਕੀ ਬੋਲਦੇ ਹਾਂ ਆਪਾਂ? ਡਿਸਕ੍ਰਿਪਟਿਵ ਗ੍ਰਾਮਰ। ਰੂਲ ਇਹਦੇ ਵਿੱਚ ਵੀ ਹੁੰਦੇ ਆ ਪਰ ਆਪਾਂ ਫੋਲੋ ਕਰਦੇ ਹਾਂ ਜਾਂ ਨਹੀਂ ਕਰਦੇ, ਇਹਦੇ ਚੀਜ਼ 'ਤੇ ਮੈਟਰ ਆਧਾਰਿਤ ਹੁੰਦੀ ਹੈ। ਨੈਕਸਟ ਲਾਸਟ ਕੁਐਸਚਨ ਆ ਜੀ ਅੱਜ ਦੇ ਦਿਨ ਦਾ ਆਪਣਾ, ਅੱਜ ਦੀ ਕਲਾਸ ਦਾ ਲਾਸਟ ਕੁਐਸਚਨ। ਫਿਰ ਇਸ ਕਲਾਸ ਦਾ ਪਾ ਦੇਣਾ ਆਪਾਂ ਭੋਗ। ਕੀ ਪਾ ਦੇਣਾ? ਭੋਗ ਪਾ ਦੇਣਾ। ਵਿਚ ਗ੍ਰਾਮਰ ਇਜ਼ ਯੂਜ਼ਡ ਡਿਊਰਿੰਗ ਇੰਟਰਵਿਊ ਐਂਡ ਲੈਟਰ ਰਾਈਟਿੰਗ।
ਤਾਂ ਇੰਟਰਵਿਊ ਟਾਈਮ ਆਪਾਂ ਫਾਰਮਲ ਲੈਂਗੁਏਜ ਯੂਜ਼ ਕਰਦੇ ਹਾਂ, ਲੈਟਰ ਲਿਖਦੇ ਹਾਂ ਉਦੋਂ ਵੀ ਆਪਾਂ ਫਾਰਮਲ ਲੈਂਗੁਏਜ ਯੂਜ਼ ਕਰਦੇ ਹਾਂ। ਇਸ ਦਾ ਰਾਈਟ ਆਪਸ਼ਨ ਆ ਜੀ ਪ੍ਰਿਸਕ੍ਰਿਪਟਿਵ, ਬੀ ਇਜ਼ ਦਾ ਰਾਈਟ ਆਪਸ਼ਨ ਪ੍ਰਿਸਕ੍ਰਿਪਟਿਵ ਗ੍ਰਾਮਰ। ਸੋ ਸਟੂਡੈਂਟਸ ਥੈਂਕ ਯੂ ਸੋ ਮਚ। ਅੱਜ ਦੀ ਕਲਾਸ ਦੇ ਵਿੱਚ ਆਪਾਂ ਇੰਨਾ ਕਰਾਂਗੇ। ਜਿਹੜੇ ਸਟੂਡੈਂਟ PSTET ਪੰਜਾਬ ਸਟੇਟ ਐਲੀਜੀਬਿਲਿਟੀ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਨੇ, ਇਸ ਚੈਨਲ ਨੂੰ ਪਲੀਜ਼ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਇਸੇ ਚੈਨਲ ਦੇ ਉੱਪਰ ਆਪਾਂ ਇੰਗਲਿਸ਼ ਪੈਡਾਗੋਜੀ, CDP ਚਾਈਲਡ ਡਿਵੈਲਪਮੈਂਟ ਪੈਡਾਗੋਜੀ, ਪੰਜਾਬੀ ਪੈਡਾਗੋਜੀ ਔਰ ਨਾਲ ਫਿਜ਼ੀਕਲ ਐਜੂਕੇਸ਼ਨ ਦਾ ਸਾਰਾ ਸਿਲੇਬਸ ਅਪਲੋਡ ਕਰਨ ਜਾ ਰਹੇ ਹਾਂ। ਸਟੂਡੈਂਟਸ ਪਲੀਜ਼ ਲਾਈਕ, ਫੋਲੋ, ਸਬਸਕ੍ਰਾਈਬ ਐਂਡ ਸ਼ੇਅਰ। ਥੈਂਕ ਯੂ। ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਤਦ ਤੱਕ ਲਈ ਅਲਵਿਦਾ, ਬਾਏ ਬਾਏ, ਟੇਕ ਕੇਅਰ।